ਹੈਲੋ एवरीवन। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਰਲਡ ਹਿਸਟਰੀ ਦਾ ਨੈਕਸਟ ਟੌਪਿਕ ਕਰਾਂਗੇ ਜੋ ਕਿ ਹੈ ਫ੍ਰੈਂਚ ਰੈਵੋਲੂਸ਼ਨ। 1799 ਈਸਵੀ ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਸਟਾਰਟ ਹੋਈ ਸੀ ਤੇ 10 ਸਾਲ ਤੱਕ ਚੱਲੀ ਸੀ 1799 ਈਸਵੀ ਤੱਕ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਫਰਾਂਸ ਦੀ ਕ੍ਰਾਂਤੀ। ਇਸ ਨੂੰ ਵਰਲਡ ਰੈਵੋਲੂਸ਼ਨ ਵੀ ਕਿਹਾ ਜਾਂਦਾ ਹੈ। ਕਿਸ ਨੇ ਕਿਹਾ ਸੀ? ਰਾਮਸੇ ਮੋਇਰ ਨੇ ਵਰਲਡ ਰੈਵੋਲੂਸ਼ਨ ਕਿਹਾ ਸੀ। ਤੇ ਇਸ ਦਾ ਜੋ ਸਲੋਗਨ ਸੀ ਉਹ ਸੀ ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ। ਇਹ ਸਲੋਗਨ ਫ੍ਰੈਂਚ ਰੈਵੋਲੂਸ਼ਨ ਦਾ ਸੀ, ਜਿਸ ਵਿੱਚੋਂ ਕੁਝ ਜਿਹੜੇ ਵਰਡਸ ਨੇ ਆਪਣੇ ਕਨਸਟੀਟਿਊਸ਼ਨ ਦੇ ਸੰਵਿਧਾਨ ਦੇ ਵਿੱਚ ਵੀ ਲਏ ਗਏ ਹਨ ਫ੍ਰੈਂਚ ਚੋਂ, ਤੇ ਕੁਝ ਰੂਸ ਜੋ ਆਪਣਾ ਰਸ਼ੀਅਨ ਰੈਵੋਲੂਸ਼ਨ ਹੈ ਉਸ ਚੋਂ ਲਏ ਗਏ ਹਨ। ਹੁਣ ਜੀ ਫ੍ਰੈਂਚ ਰੈਵੋਲੂਸ਼ਨ ਆਉਣ ਦੇ ਕਾਰਨ ਕੀ ਸੀ? ਤਾਂ ਇਸ ਦੇ ਫਸਟ ਕਾਰਨ ਹੈ ਜੀ ਉਸ ਸਮੇਂ ਬੂਰਬੋ ਵੰਸ਼ ਜੋ ਸੀ ਉਹ ਰਾਜ ਕਰ ਰਿਹਾ ਸੀ। ਉਹ ਬਿਲਕੁਲ ਤਾਨਾਸ਼ਾਹੀ ਵਾਲਾ ਰਾਜ ਕਰ ਰਿਹਾ ਸੀ, ਲੋਕਾਂ ਦੇ ਬਹੁਤ ਅਤਿਆਚਾਰ ਕਰ ਰਿਹਾ ਸੀ। ਇਸ ਤੋਂ ਬਿਨਾਂ ਸਾਮੰਤਵਾਦ ਸੀ ਜੋ ਕਿ 1799 ਈਸਵੀ ਦੇ ਵਿੱਚ ਖਤਮ ਹੋ ਗਿਆ ਸੀ। ਤੇ 1773 ਤੋਂ 1801 ਈਸਵੀ ਦੀ ਜੋ ਟਾਈਮ ਪੀਰੀਅਡ ਹੈ ਇਸ ਨੂੰ ਵਰਲਡ ਰੈਵੋਲੂਸ਼ਨ ਆਫ ਵੈਸਟ ਦਾ ਜੋ ਪਾਰਟ ਹੈ ਉਹ ਦੱਸਿਆ ਜਾਂਦਾ ਹੈ। ਹੁਣ ਜੇ ਆਪਾਂ ਗੱਲ ਕਰਦੇ ਹਾਂ ਜੋ ਉਸ ਟਾਈਮ ਬੂਰਬੋ ਵੰਸ਼ ਰਾਜ ਕਰ ਰਿਹਾ ਸੀ ਤਾਂ ਉਸ ਦੇ 5 ਕਿੰਗ ਸਨ। ਫਸਟ ਹੈ ਜੀ ਹੈਨਰੀ IV, ਜਿਸ ਦਾ ਟਾਈਮ ਪੀਰੀਅਡ ਸੀ 1599 ਤੋਂ 1610। ਫਿਰ ਹੈ ਜੀ ਲੂਈ 13ਵਾਂ ਕਹਿੰਦੇ ਆ ਜਿਸ ਨੂੰ ਆਪਾਂ 1610 ਤੋਂ 43। ਫਿਰ ਹੈ ਜੀ ਲੂਈ 14ਵਾਂ 1643 ਤੋਂ 1715। ਨੈਕਸਟ ਹੈ ਜੀ ਲੂਈ 15ਵਾਂ 1715 ਤੋਂ 1774। ਨੈਕਸਟ ਹੈ ਜੀ ਲੂਈ 16ਵਾਂ 1774 ਤੋਂ 1792। ਨੈਕਸਟ ਹੈ ਜੀ ਹੈਨਰੀ IV ਜੋ ਕਿ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਕੀਤਾ ਹੈ 1599 ਤੋਂ 1610 ਈਸਵੀ। 17ਵੀਂ ਤੇ 18ਵੀਂ ਸਦੀ ਦਾ ਜੋ ਟਾਈਮ ਪੀਰੀਅਡ ਸੀ ਉਸ ਨੂੰ ਆਪਾਂ ਏਜ ਆਫ ਇਨਲਾਈਟਮੈਂਟ ਕਹਿੰਦੇ ਹਾਂ, ਜਿਸ ਦੇ ਵਿੱਚ ਜੋ ਫਿਲੋਸਫਰਸ ਨੇ ਉਹਨਾਂ ਨੇ ਰੀਜ਼ਨ, ਟੋਲਰੈਂਸ ਤੇ ਹਿਊਮੈਨਿਟੀ ਤੇ ਜ਼ਿਆਦਾ ਜ਼ੋਰ ਦਿੱਤਾ ਸੀ। ਫ੍ਰੈਂਚ ਰੈਵੋਲੂਸ਼ਨ ਕਦੋਂ ਸਟਾਰਟ ਹੋਈ ਸੀ? 5 ਮਈ 1799 ਈਸਵੀ ਤੋਂ ਸਟਾਰਟ ਹੋਈ ਸੀ ਤੇ 9 ਨਵੰਬਰ 1799 ਈਸਵੀ ਤੱਕ 10 ਸਾਲ ਪੂਰਾ ਜੋ ਫ੍ਰੈਂਚ ਰੈਵੋਲੂਸ਼ਨ ਹੈ ਉਹ ਚੱਲੀ ਸੀ। 1799 ਤੋਂ 1799 ਈਸਵੀ ਦੇ ਵਿੱਚ ਜਿੰਨਾ ਟਾਈਮ ਫ੍ਰੈਂਚ ਰੈਵੋਲੂਸ਼ਨ ਚੱਲੀ ਸੀ ਫਰਾਂਸ ਦੇ ਵਿੱਚ ਡਿਫਰੈਂਟ ਆਪਾਂ ਨੂੰ ਚੇਂਜਸ ਦੇਖਣ ਨੂੰ ਮਿਲਦੇ ਹਨ। ਇਸ ਦੇ ਵਿੱਚ ਕੀ ਹੋਇਆ ਸੀ, ਜੋ ਮਨਾਰਕੀ ਸੀ ਉਹ ਖਤਮ ਹੋ ਗਈ ਸੀ ਤੇ ਨੈਪੋਲੀਅਨ ਦੀ ਡਿਕਟੇਟਰਸ਼ਿਪ ਹੈ ਉਹ ਲਾਸਟ ਤੇ ਸਟਾਰਟ ਹੋ ਜਾਂਦੀ ਹੈ। ਹੁਣ ਜੇ ਆਪਾਂ ਗੱਲ ਕਰਦੇ ਹਾਂ ਤਾਂ ਪੋਲੀਟੀਕਲ ਰੀਜ਼ਨ ਕੀ ਸੀ? ਜੋ ਬੁਰਬੂ ਵੰਸ਼ ਸੀ ਉਹਨਾਂ ਦੀ ਤਾਨਾਸ਼ਾਹੀ ਸੀ। ਫਸਟ ਪੜਾਂਗੇ ਆਪਾਂ ਲੂਈਸ 14ਵਾਂ ਬਾਰੇ, ਜਿਹਦਾ ਟਾਈਮ ਪੀਰੀਅਡ ਕਿੰਨਾ ਹੈ 1643 ਤੋਂ 1715 ਈਸਵੀ। ਇਸ ਨੂੰ ਆਪਾਂ ਐਬਸੋਲਿਊਟ ਡਿਸਪੋਟ ਕਹਿੰਦੇ ਹਾਂ, ਮਤਲਬ ਨਿਰੰਕੁਸ਼ ਤਾਨਾਸ਼ਾਹ ਕਹਿੰਦੇ ਹਾਂ। 1643 ਈਸਵੀ ਵਿੱਚ ਗੱਦੀ ਤੇ ਬੈਠਾ ਸੀ ਤੇ ਇਸ ਸਮੇਂ ਜੋ ਪੇਟਕੋਟੀ ਰਾਜ ਹੈ ਉਹ ਚੱਲ ਰਿਹਾ ਸੀ। ਇਸ ਦੇ ਟਾਈਮ ਸੈਂਟਰਲਾਈਜੇਸ਼ਨ ਆਫ ਪਾਵਰ ਵੀ ਸੀ। ਇਹਨੇ ਜੋ ਕਾਫੀ ਯੁੱਧ ਹਨ ਉਹ ਜਿੱਤੇ ਸਨ। 1643 ਤੋਂ 1661 ਈਸਵੀ ਤੱਕ ਜੋ ਕੰਮ ਕੀਤਾ ਸੀ ਉਹ ਕਾਰਡੀਨਲ ਮਜ਼ਾਰਿਨ ਨੇ ਕੀਤਾ ਸੀ, ਜੋ ਕਿ ਇਸ ਦਾ ਇੱਕ ਨਾਲ ਰਿਲੇਟਡ ਪਰਸਨ ਸੀ। ਤੇ ਇਸ ਤੋਂ ਬਾਅਦ ਜਦੋਂ ਮਜ਼ਾਰਿਨ ਦੀ ਡੈਥ ਹੋ ਗਈ ਸੀ ਤਾਂ ਲੂਈਸ 14ਵਾਂ ਨੇ ਜੋ ਸਾਰਾ ਰਾਜ ਪਾਠ ਸੀ ਉਹ ਸੰਭਾਲ ਲਿਆ ਸੀ। ਨੈਕਸਟ ਹੈ ਜੀ ਲੂਈ 15ਵਾਂ 1715 ਤੋਂ 1774 ਈਸਵੀ ਦੇ ਵਿੱਚ। ਇਹ 5 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠਾ ਸੀ ਤੇ ਇਸ ਦੇ ਟਾਈਮ 7 ਸਾਲਾ ਯੁੱਧ ਹੋਇਆ ਸੀ, ਜਿਸ ਦਾ ਟਾਈਮ ਪੀਰੀਅਡ ਸੀ 1756 ਤੋਂ 1763 ਈਸਵੀ। ਇਸ ਦੇ ਟਾਈਮ ਆਸਟਰੀਆ ਦਾ ਉੱਤਰਾਧਿਕਾਰੀ ਯੁੱਧ ਵੀ ਹੋਇਆ ਸੀ, ਜਿਸ ਦਾ ਟਾਈਮ ਪੀਰੀਅਡ ਸੀ 1740 ਤੋਂ 1748 ਈਸਵੀ। ਨੈਕਸਟ ਹੈ ਜੀ ਲੂਈਸ 16ਵਾਂ, ਜਿਸ ਦੀ ਵਾਈਫ, ਜਿਸ ਦਾ ਟਾਈਮ ਪੀਰੀਅਡ ਸੀ 1774 ਤੋਂ 1792 ਈਸਵੀ। ਤੇ ਇਸ ਦੀ ਜੋ ਵਾਈਫ ਸੀ, ਜੋ ਰਾਣੀ ਸੀ, ਉਸ ਦਾ ਨਾਮ ਸੀ ਮੈਰੀ ਐਂਟੋਨੀਟ। 20 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠਾ ਸੀ। ਮੈਰੀ ਐਂਟੋਨੀਟ ਜਿਹਨੂੰ ਕਿ ਆਪਾਂ ਸ਼੍ਰੀਮਤੀ ਘਾਟਾ ਜਾਂ ਮੈਡਮ ਡੈਫੀਸ਼ੀਟ ਵੀ ਕਹਿੰਦੇ ਹਾਂ, ਰੋਹਾਂ ਨਾਲ ਇਸ ਦਾ ਅਫੇਅਰ ਹੈ। ਇਹ ਚੀਜ਼ ਦਾ ਉਸ ਟਾਈਮ ਜੋ ਰਿਊਮਰ ਹੈ ਫੈਲਿਆ ਹੋਇਆ ਸੀ। ਆਪਾਂ ਨੂੰ ਪੁੱਛਦੇ ਹਨ ਕਿ ਇਹ ਕੌਣ ਸੀ? ਇਹ ਸੀ ਜੀ ਮੈਰੀ ਐਂਟੋਨੀਟ ਸੀ ਆਸਟਰੀਆ ਦੀ ਜੋ ਕੁਈਨ ਸੀ ਮਾਰੀਆ ਥੈਰੇਸਾ, ਉਹਦੀ ਕੁੜੀ ਸੀ। ਮਾਰੀਆ ਥੈਰੇਸਾ ਦੀ ਬੇਟੀ ਦਾ ਨਾਮ ਸੀ ਮੈਰੀ ਐਂਟੋਨੀਟ। ਅਮਰੀਕਨ ਵਾਰ ਆਫ ਇੰਡੀਪੈਂਡੈਂਸ ਜੋ ਸੀ ਇਹ ਫਰਾਂਸ ਨੇ ਇਸ ਟਾਈਮ ਜੋ ਅਮਰੀਕਾ ਸੀ ਉਸ ਦੀ ਹੈਲਪ ਕੀਤੀ ਸੀ। ਤੇ ਇਸ ਟਾਈਮ ਦੇ ਵਿੱਚ ਅਫੇਅਰ ਆਫ ਡਾਇਮੰਡ ਨੈਕਲਸ ਨਾਮ ਦੀ ਇੱਕ ਈਵੈਂਟ ਵੀ ਹੋਈ ਸੀ, ਤਾਂ ਆਪਾਂ ਇੱਕ ਇਨਸੀਡੈਂਟ ਕਹਿ ਸਕਦੇ ਹਾਂ ਹੋਇਆ ਸੀ। ਤਾਂ ਆਪਾਂ ਯਾਦ ਰੱਖਣਾ ਹੈ ਕਿ ਕਦੋਂ ਹੋਇਆ ਸੀ। ਉਹ ਹੋਇਆ ਸੀ ਜੀ 1784 ਤੋਂ 1785 ਈਸਵੀ ਦੇ ਵਿੱਚ। ਨੈਕਸਟ ਹੈ ਜੀ ਜੋ ਫ੍ਰੈਂਚ ਰੈਵੋਲੂਸ਼ਨ, ਇਸ ਦੇ ਕੋਲ ਸੋਸ਼ਲ ਕਾਜ਼ ਵੀ ਸੀ।
अपन पूछा जाता है कि फस्ट स्टेट किहड़ी सी। फस्ट स्टेट जो कलर्जी सी, पादरी सी, ਉਹਨਾਂ ਨੂੰ ਕਿਹਾ ਜਾਂਦਾ ਸੀ। ਸੈਕੰਡ ਸਟੇਟ ਜੋ ਨੋਬਿਲਿਟੀ ਸੀ, ਜੋ ਕਿ ਕੁਲੀਨ ਵਰਕ ਹੁੰਦਾ ਸੀ, ਉਹਨਾਂ ਨੂੰ ਸੈਕੰਡ ਸਟੇਟ ਕਿਹਾ ਜਾਂਦਾ ਸੀ। ਤੇ ਥਰਡ ਸਟੇਟ ਜੋ ਕਿ ਫਾਰਮਰਸ ਹੋ ਗਏ, ਆਰਟਿਸਟਨਸ ਹੋ ਗਏ, ਫੈਕਟਰੀ ਵਰਕਰਸ, ਮਤਲਬ ਜੋ ਲੇਬਰ ਕਲਾਸਿਸ ਸੀ, ਇਹ ਥਰਡ ਸਟੇਟ ਦੇ ਵਿੱਚ ਆਉਂਦੀਆਂ ਹਨ। ਫਸਟ ਸਟੇਟ 1 ਲੱਖ ਦੇ ਕਰੀਬ ਸੀ, ਇਹ 4 ਲੱਖ ਦੇ, ਤੇ ਜੋ ਥਰਡ ਸਟੇਟ ਸੀ 2.7 ਕਰੋੜ ਸਨ। ਇਹਨਾਂ ਕੋਲ 10% ਲੈਂਡ ਦਾ ਸੀ, ਸੈਕੰਡ ਕੋਲੇ 25% ਤੇ ਥਰਡ ਸਟੇਟ ਕੋਲੇ 95% ਲੈਂਡ ਦਾ ਹਿੱਸਾ ਸੀ। जब स्टेट जनरल की मीटिंग होंगी है तो फस्ट स्टेट चो 300 बंदे सी, सैकेंड विचों 300 बंदे सी ते थर्ड विचों 600 बंदे सी। इन्हां विचों सिर्फ जो थर्ड स्टेट है वही जो टैक्स सन वो पे करती सी। इस तो बाद जब आप इकनॉमिक कॉजेस की गल करते हैं, जिस विच आउंदी है पॉपूलेशन, इन्हां दी 1700 दे विच 2 करोड़ सी ते 1799 दे विच 2 करोड़ 80 लाख तक पहुँच गई सी। इस तो बिना इंटलैक्चुअल कॉज हैं, कुछ राइटर सी जिन्हां दियां रचनावां ने बहुत प्रभाव पाया। जॉन लॉक, रूसो जिन्हें पीपल की सॉवरनिटी की गल की है, मोंटेस्क्यू जिन्हें सैपरेशन ऑफ चर्च ते स्टेट की गल की है, वोल्टेयर जो कि फ्रीडम ऑफ स्पीच ते एक्सप्रैशन की गल करता है। इस तो बाद आप एक टर्म याद रखनी है, लिवर्स। लिवर्स उस टाइम की यूनिट ऑफ करंसी है फ्रांस की, जिस टाइम की आप गल कर रहे हैं। इस तो बाद जी आप टाइमलाइन की गल करांगे कि फ्रेंच रेवोल्यूशन दे विच की सी। 1799 ईस्वी दे विच स्टेट जर्नल, 1799 तो 91 दे विच नैशनल असैंबली आई सी, 91 तो 92 लैजिसलेचर असैंबली सी, 92 या 93 तो लैके 95 तक रेन ऑफ टैरर, जिसनों अपन नैशनल कन्वेंशन का टाइम भी दिंदे हाँ। 1795 तो 1798 ईस्वी तक डायरैक्टरी रूल रहा। 1799 ਦੇ ਵਿੱਚ ਕੋਪੀਡਡ ਬਾय ਨੈਪੋਲੀਅਨ ਦੇ। ਤਾਂ ਇਸ ਤਰ੍ਹਾਂ 1799 ਤੋਂ 1799 ਤੱਕ ਦੇ ਜੋ 10 ਸਾਲ ਹਨ ਇਹ ਇੱਥੇ ਕਵਰ ਹੁੰਦੇ ਹਨ। ਫਸਟ ਆਪਾਂ ਗੱਲ ਕਰਾਂਗੇ ਜੀ ਸਟੇਟ ਜਰਨਲ। ਇਹ ਇੱਕ ਪੋਲੀਟੀਕਲ ਬੋਡੀ ਸੀ। ਤਾਂ ਆਪਾਂ ਨੂੰ ਪੁੱਛ ਸਕਦੇ ਹਨ ਕਿ ਸਟੇਟ ਜਰਨਲ ਕੀ ਸੀ। ਇੱਕ ਪੋਲੀਟੀਕਲ ਬੋਡੀ ਸੀ, ਇੱਕ ਸੁਪਰ ਪਾਰਲੀਮੈਂਟ ਸੀ ਵਿਦ ਰਿਪਰੈਜ਼ੈਂਟੇਟਿਵ। ਇਹਦੇ ਵਿੱਚ ਸਾਰੀਆਂ ਸਟੇਟਸ ਤੋਂ, ਚਾਹੇ ਉਹ ਫਸਟ ਸਟੇਟ ਆ, ਸੈਕਿੰਡ ਆ, ਥਰਡ ਆ, ਹਰੇਕ ਸਟੇਟ ਦੇ ਵਿੱਚੋਂ ਰਿਪਰੈਜ਼ੈਂਟੇਟਿਵ ਹੁੰਦੇ ਸੀ। फस्ट मीटिंग जो यदी हुई सी 175 सालों तो इसकी जो फॉर्मेशन से उस तो बाद हुई सी। निक्स दा फाइनैंशियल मिनिस्टर सी, वर्साइल पैलेस दे विच जो रहिंदा सी। थर्ड स्टेट नैशनल असैंबली उन्होंने अपने आप को क्या सी, कदों क्या सी। थर्ड स्टेट मतलब जो लेबर क्लास सी उसने अपने आप को थर्ड असैंबली अपने आप नैशनल असैंबली क्या सी, कदों 17 जून 1799 में। लुई सोलमा ने जो नैशनल असैंबली मीनस जो थर्ड स्टेट के लोग सी उन्होंने एक रूम दे विच लॉक करता सी। तो इत्थे एक इंपॉर्टेंट टर्म होंदी है टेनिस कोर्ट ओथ। इन्होंने टेनिस कोर्ट च ओथ लई सी भी ਜਦੋਂ तक संविधान नहीं बनता तो उन्होंने जो नैशनल असैंबली है उसनों ये भंग नहीं करनगे। 20 जून 1799 तो लैके 30 सितंबर 1791 तक जो संविधान का काम है वो चलिया सी। तो अपन क्वेश्चन आता है जी जो टेनिस कोर्ट ओथ है ये किस चीज़ नाल रिलेटेड है, तो ये रिलेटेड है नैशनल असैंबली दे नाल। ते नैशनल असैंबली कौन है, जो कि उस टाइम थर्ड स्टेट के बंदे सन, वो अपने आप को नैशनल असैंबली। नैक्सट आप गल करते हैं जी उसमें एक पैम्फलेट लिखा गया सी, वट इज़ द थर्ड स्टेट। किसने लिखा सी, मिराबो एंड एबे सियाज ने। 4 अगस्त 1799 ਨੂੰ जो कि सामतवाद रीजन सी, सामतवाद खत्म हो गया सी, ते इस दे नाल एक तिथे कर सी, वो भी कर 1799 ईस्वी दे विच दोनों जो कर सी खत्म हो गए सन। नैक्सट है जी जो पहला स्टेट जर्नल पढ़ी है, उस तो बाद है नैशनल असैंबली। इस विच स्टॉर्मिंग ऑफ बेस्टाइल जो कि किला से उसकी गल करते हैं 14 जुलाई 1799 ईस्वी ਨੂੰ, ਤੇ 14 जुलाई इन्हां दी बेस्टाइल डे है जो मनाया जाता है। ਇਹ ਇੱਕ ਜੇਲ੍ਹ ਸੀ, ਸਿੰਬਲ ਆਫ ਰਾਇਲ ਓਪਰੇਸ਼ਨ ਆਪਾਂ ਕਹਿ ਸਕਦੇ ਹਾਂ। ਨੈਸ਼ਨਲ ਅਸੈਂਬਲੀ ਸੀ, ਉਹਨੇ ਆਪਣਾ ਨਾਮ ਬਦਲ ਕੇ ਨੈਸ਼ਨਲ ਕਨਸਟੀਟਿਊਐਂਟ ਅਸੈਂਬਲੀ ਰੱਖ ਲਿਆ ਸੀ। ਕਦੋਂ, 9 ਜੁਲਾਈ 1799 ਨੂੰ। ਨੈਸ਼ਨਲ ਅਸੈਂਬਲੀ ਕੌਣ ਸੀ, ਜੋ ਥਰਡ ਸਟੇਟ ਦੇ ਲੋਕ ਸਨ। ਤਾਂ ਉਹਨਾਂ ਨੇ 1799 ਈਸਵੀ ਵਿੱਚ 9 ਜੁਲਾਈ ਨੂੰ ਆਪਣਾ ਨਾਮ ਬਦਲ ਕੇ ਨੈਸ਼ਨਲ ਕਨਸਟੀਟਿਊਐਂਟ ਅਸੈਂਬਲੀ ਰੱਖ ਲਿਆ। ਤੇ ਉਹ ਕਹਿੰਦੇ ਸੀ ਮੈਨ ਆਰ ਬੋਰਨ ਐਂਡ ਰਿਮੇਨ ਫ੍ਰੀ ਐਂਡ ਇਕੁਅਲ ਇਨ ਰਾਈਟਸ। ਹਰੇਕ ਕਿਸੇ ਨੂੰ ਬਰਾਬਰ ਰਾਈਟਸ ਹਨ, ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ।
1790 ਦੇ ਵਿੱਚ ਇੱਕ ਜੈਕੋਬੀਅਨਸ ਦੀ ਆਪਾਂ ਗੱਲ ਕਰਾਂਗੇ। ਜੈਕੋਬੀਅਨ ਕੌਣ ਸਨ? ਰੈਡੀਕਲ ਰੈਵੋਲੂਸ਼ਨ ਸੰਸਥਾ ਸੀ। ਤੇ ਇੱਥੇ ਆਪਾਂ ਜੀਰੈਂਡਸ ਦੀ ਗੱਲ ਕਰਦੇ ਹਾਂ, GIRN ਜੀਰੈਂਡਸ। ਉਹ ਕੌਣ ਸਨ? ਉਹ ਲਿਬਰਲ ਸਨ, ਜਿਨ੍ਹਾਂ ਨੂੰ ਆਪਾਂ ਉਦਾਰਵਾਦੀ ਕਹਿੰਦੇ ਹਾਂ। ਤੁਸੀਂ ਬਸ ਇਹ ਟਰਮਸ ਨੇ ਜੋ ਧਿਆਨ ਵਿੱਚ ਰੱਖਣੀਆਂ ਹਨ ਕਿ ਕਿਹਨਾਂ ਨੂੰ ਕਹਿੰਦੇ ਹਾਂ। ਫਿਰ ਜੀ ਜੈਕੋਬਿਨ ਕਲੱਬ ਆਉਂਦਾ ਹੈ, ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਸ ਦਾ ਜੋ ਲੀਡਰ ਸੀ ਉਹ ਸੀ ਮੈਕਸੀਮਿਲੀਅਨ ਡੀ ਰੋਬੇਸਪਾਇਰ। ਉਸ ਟਾਈਮ ਇੱਕ ਟਰਮਸ ਯੂਜ਼ ਕੀਤੀ ਜਾਂਦੀ ਸੀ, ਸੈਂਸ ਕਲੋਟਸ। ਇਹ ਉਹ ਲੋਕ ਹੁੰਦੇ ਸਨ ਜਿਹੜੇ ਕਿ ਗੋਡਿਆਂ ਤੋਂ ਨੀਚੇ ਬਲੋ ਨੀ ਪਹਿਨਦੇ ਸਨ। ਇਹਨਾਂ ਨੂੰ ਇਹ ਸਾਰੇ ਕਿਤੇ ਰਿਪਬਲਿਕ ਜੋ ਸੀ ਉਹ ਸਥਾਪਿਤ ਕਰਨਾ ਚਾਹੁੰਦੇ ਸੀ। 1791 ਦੇ ਵਿੱਚ ਜੋ ਆਸਟਰੀਆ ਕਿੰਗ ਹੈ ਜੋ ਲੂਇਸ ਸੀ, ਉਹ ਭੱਜ ਕੇ ਜਾਣਾ ਚਾਹੁੰਦਾ ਸੀ ਕਿ ਉਹ ਇੱਥੋਂ ਚਲਾ ਜਾਵੇ, ਕਿਉਂਕਿ ਉਸ ਟਾਈਮ ਜੋ ਫਰਾਂਸ ਦੇ ਹਾਲਾਤ ਸੀ ਖਰਾਬ ਹੋ ਰਹੇ ਸਨ, ਪਰ ਉਹ ਲਾਸਟ ਦੇ ਵਿੱਚ ਫੜਿਆ ਜਾਂਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 3rd ਨੰਬਰ ਤੇ ਲੈਜਿਸਲੇਟਿਵ ਅਸੈਂਬਲੀ। 14 ਸਤੰਬਰ 1791 ਦੇ ਵਿੱਚ ਇਹ ਚਾਹੁੰਦੇ ਸਨ, ਜੋ ਉਸ ਟਾਈਮ ਦੇ ਲੋਕ ਸਨ, ਕਿ ਜੋ ਕਿੰਗ ਹੈ ਉਹ ਰੀਸਟੋਰ ਕਰੇ, ਦੁਬਾਰਾ ਆਪਣੇ ਆਪ ਨੂੰ ਸਥਾਪਿਤ ਕਰੇ ਐਜ਼ ਆ ਹੈਡ ਆਫ ਆ ਸਟੇਟ। ਪਰ ਜੋ ਲੈਜਿਸਲੇਟਿਵ ਅਸੈਂਬਲੀ ਹੈ ਜ਼ਿਆਦਾ ਸਾਲ ਟਾਈਮ ਨਹੀਂ ਚੱਲੀ, 1 ਸਾਲ ਦੇ ਅੰਦਰ ਅੰਦਰ ਹੀ ਲੈਜਿਸਲੇਟਿਵ ਅਸੈਂਬਲੀ ਹੈ ਜੋ ਖਤਮ ਹੋ ਗਈ ਸੀ। ਜਦ ਆਪਾਂ ਗੱਲ ਕਰਦੇ ਹਾਂ ਜੋ ਫਰਾਂਸ ਹੈ, ਇਹਨੇ ਅਟੈਕ ਕੀਤਾ ਸੀ ਆਸਟਰੀਆ ਪਲੱਸ ਰਸ਼ੀਅਨ ਤੇ 1792 ਦੇ ਵਿੱਚ। ਤੇ 1792 ਦੇ ਵਿੱਚ ਹੀ 14 ਸਤੰਬਰ 1791 ਨੂੰ ਬਣੀ ਸੀ। ਤੇ 1792 ਦੇ ਵਿੱਚ ਲੈਜਿਸਲੇਟਿਵ ਜੋ ਅਸੈਂਬਲੀ ਸੀ ਨੂੰ ਰੱਦ ਕਰ ਦਿੱਤਾ ਗਿਆ ਸੀ। ਜਨਵਰੀ 1793 ਚ ਜੋ ਕਿੰਗ ਲੂਇਸ ਸੀ ਉਸ ਨੂੰ ਟ੍ਰਾਇਲ, ਜਿਵੇਂ ਆਪਾਂ ਕਹਿੰਦੇ ਹਾਂ ਕਿ ਫਾਂਸੀ ਦੀ ਸਜ਼ਾ ਵਗੈਰਾ, ਸੈਂਟੈਂਸ ਟੂ ਡੈਥ ਉਸ ਨੂੰ ਦਿੱਤਾ ਗਿਆ ਸੀ। ਤੇ ਇਹ ਕਿਸ ਡਿਵਾਈਸ ਰਾਹੀਂ ਕੀਤਾ ਗਿਆ ਸੀ? ਉਸ ਨੂੰ ਆਪਾਂ ਕਹਿੰਦੇ ਹਾਂ ਜੀ ਗਲਿਓਟਿਨ। ਤਾਂ ਗਲਿਓਟਿਨ ਪੁੱਛਿਆ ਜਾਂਦਾ ਕੀ ਹੈ? ਇਹ ਇੱਕ ਇਨਸਟਰੂਮੈਂਟ ਹੈ ਅਸੈਸ਼ਨ ਦਾ, ਜਿਸ ਵਿੱਚ ਆਪਾਂ ਦੇਖਦੇ ਹਾਂ ਕਿ ਇਦਾਂ ਦਾ ਬਣਿਆ ਹੁੰਦਾ ਹੈ। ਇੱਥੇ ਪਰਸਨ ਦਾ ਸਿਰ ਰੱਖ ਕੇ ਦਿੱਤਾ ਜਾਂਦਾ ਤੇ ਉੱਪਰੋਂ ਜੋ ਬਲੇਡ ਹੈ ਉਹ ਆ ਕੇ ਵੱਜਦਾ ਹੈ ਤੇ ਸਿਰ ਨੂੰ ਇੱਕਦਮ ਧੜ ਤੋਂ ਆਪਣੇ ਸਰੀਰ ਤੋਂ ਜੋ ਸਿਰ ਹੈ ਉਹ ਅਲੱਗ ਹੋ ਜਾਂਦਾ ਤੇ 1 ਸੈਕਿੰਡ ਦੇ ਵਿੱਚ ਹੀ ਪਰਸਨ ਦੀ ਡੈਥ ਹੋ ਜਾਂਦੀ ਹੈ। ਤਾਂ ਜੋ ਗਿਲੋਟਿਨ ਸੀ, ਇਸ ਦੇ ਰਾਹੀਂ ਕਿੰਗ ਲੂਇਸ ਜੋ ਸੀ ਉਸ ਨੂੰ ਮੌਤ ਦੀ ਜੋ ਸਜ਼ਾ ਹੈ ਸੁਣਾਈ ਗਈ ਸੀ। ਫ੍ਰੈਂਚ ਰੈਵੋਲੂਸ਼ਨ ਨੂੰ ਫਸਟ ਵਾਰ ਆਫ ਕੋਲੀਸ਼ਨ ਵੀ ਕਿਹਾ ਜਾਂਦਾ ਹੈ। ਮਤਲਬ ਇਸ ਵਿੱਚ ਕਈ ਜਿਹੜੇ ਕੰਟਰੀ ਸੀ ਉਹ ਆਪਸ ਵਿੱਚ ਮਿਲ ਗਏ, ਜਿਵੇਂ ਬ੍ਰਿਟਿਸ਼, ਡੱਚ, ਸਪੇਨ, ਆਸਟਰੀਆ, ਪ੍ਰਸ਼ੀਆ ਇੱਕ ਸਾਈਡ ਸੀ। ਇਹ ਸਾਰੇ ਜੋ ਫਰਾਂਸ ਸੀ ਉਸ ਦੇ ਅਗੇਂਸਟ ਹੋ ਗਈ ਸੀ। ਨੈਕਸਟ ਹੈ ਗਿਲੋਟਿਨ ਕੀ ਸੀ? ਇੰਸਟਰੂਮੈਂਟ ਆਫ ਹਿਊਮੇਨ ਡੈਥ ਸੀ। ਜੋ ਲੂਈ 16ਵਾਂ ਸੀ ਉਸ ਨੂੰ ਇਸ ਦੇ ਰਾਹੀਂ ਮੌਤ ਦੇ ਘਾਟ ਆਪਾਂ ਕਹਿ ਸਕਦੇ ਹਾਂ ਉਤਾਰਿਆ ਗਿਆ ਸੀ। ਐਗਜ਼ੀਕਿਊਸ਼ਨ ਬਾਰੇ ਇਸ ਨੂੰ ਯੂਜ਼ ਕੀਤਾ ਜਾਂਦਾ ਸੀ। ਲੂਈ 16ਵੇਂ ਨੂੰ 21 ਜਨਵਰੀ 1793 ਈਸਵੀ ਨੂੰ ਡੀ ਲੈਕੋਂਡੋਡ ਦੇ ਵਿੱਚ ਡੈਥ ਦੇ ਘਾਟ ਉਤਾਰਿਆ ਗਿਆ ਸੀ। ਨੈਕਸਟ ਹੈ ਜੀ ਲਾ ਮੈਸੀ ਲੈਜ਼। ਇਹ ਕੀ ਸੀ? ਇਹ ਫ੍ਰੈਂਚ ਨੈਸ਼ਨਲ ਐਂਥਮ ਸੀ। ਤੁਸੀਂ ਇਹਨਾਂ ਦੀ ਸਪੈਲਿੰਗ ਚੰਗੀ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਪ੍ਰੋਨਾਂਸੀਏਸ਼ਨ ਕਈ ਵਾਰ ਅਲੱਗ-ਅਲੱਗ ਆਪਾਂ ਪ੍ਰੋਨਾਉਂਸ ਕਰਦੇ ਹਾਂ। ਕਲੌਡੇ ਡੀ ਲਿਜ਼ਲ ਇਸ ਨੇ ਜੋ ਇਸ ਨੂੰ ਲਿਖਿਆ ਸੀ ਕੀ ਸੀ? ਫ੍ਰੈਂਚ ਨੈਸ਼ਨਲ ਐਂਥਮ ਲਾ ਮੈਸੀਲੇਅਸ ਕਲੌਡੇ ਡੀ ਲਿਜ਼ ਨੇ ਇਸ ਨੂੰ ਲਿਖਿਆ ਸੀ। ਨੈਕਸਟ ਹੈ ਜੀ ਦਾ ਨੈਸ਼ਨਲ ਕਨਵੈਨਸ਼ਨ। 21 ਸਤੰਬਰ 1792 ਤੋਂ 26 ਸਤੰਬਰ 1795 ਈਸਵੀ ਤੱਕ ਇਹ ਚੱਲੀ ਸੀ। ਇਸ ਟਾਈਮ 3rd ਗਵਰਨਮੈਂਟ ਸੀ, ਨੈਸ਼ਨਲ ਜੋ ਸੀ ਲੈਜਿਸਲੇਟਿਵ ਸੀ, ਨੈਸ਼ਨਲ ਕਨਸਟੀਟਿਊਸ਼ਨ ਸੀ। 1792 ਤੋਂ 1795 ਈਸਵੀ ਤੱਕ ਸੀ। ਮੋਨਾਰਕੀ ਹੈ ਜੋ ਇਸ ਟਾਈਮ ਦੇ ਵਿੱਚ ਅਬੋਲਿਸ਼ ਹੋ ਗਈ ਸੀ। ਕਮੇਟੀ ਆਫ ਪਬਲਿਕ ਸੇਫਟੀ ਬਣਾਈ ਗਈ ਸੀ ਡਿਸੀਜਨਸ ਲਈ। ਤੇ ਇਸ ਟਾਈਮ ਕਿਹਦੀ ਡੋਮੀਨੈਂਸ ਸੀ ਜੀ? ਜੈਕੋਬਿਨ ਕਲੱਬ ਦੀ। ਕਿਹਦੇ ਅੰਡਰ ਚੱਲ ਰਿਹਾ ਸੀ? ਰੋਬੇਸਪਾਇਰ ਦੇ ਅੰਦਰ। ਇਸ ਟਾਈਮ ਜੀ ਇੱਕ ਟਰਮ ਆਉਂਦੀ ਹੈ ਓਲਡ ਰਿਜ਼ਾਈਨ। ਓਲਡ ਰਿਜ਼ਾਈਨ ਕੀ ਸੀ? 1799 ਤੋਂ ਪਹਿਲਾਂ ਫਰਾਂਸ ਵਿੱਚ ਜੋ ਇੰਸਟੀਟਿਊਸ਼ਨ ਸੀ, ਜੋ ਸੁਸਾਇਟੀ ਸੀ, ਉਸ ਨੂੰ ਆਪਾਂ ਓਲਡ ਰਿਜ਼ਾਈਨ ਕਹਿੰਦੇ ਹਾਂ, ਜੋ ਕਿ ਫਰਾਂਸ ਦੀ ਕ੍ਰਾਂਤੀ ਸਟਾਰਟ ਹੋਣ ਤੋਂ ਜੋ ਪਹਿਲਾਂ ਦਾ ਟਾਈਮ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਰੇਨ ਆਫ ਟੈਰਰ। ਜੂਨ 1793 ਤੋਂ ਜੁਲਾਈ 1794 ਦਾ ਟਾਈਮ ਪੀਰੀਅਡ ਸੀ। 5 ਸਤੰਬਰ 1793 ਤੋਂ 28 ਜੁਲਾਈ 1794। ਇਸ ਦਾ ਲੀਡਰ ਕੌਣ ਸੀ? ਮੈਕਸੀਮਿਲੀਅਨ ਰੋਬੇਸਪਾਇਰ ਸੀ। 16,000 ਲੋਕ ਇਸ ਦੇ ਟਾਈਮ ਵਿੱਚ 1 ਸਾਲ ਦੇ ਵਿੱਚ ਮਰੇ ਸੀ। ਗਿਲੋਟਿਨ ਦੇ ਨਾਲ ਐਗਜ਼ੀਕਿਊਟ ਕੀਤਾ ਗਿਆ ਸੀ। ਮੈਰੀ ਐਂਟੋਇਨੋ ਇਸ ਦੇ ਟਾਈਮ ਜੋ ਕਿ ਕੁਈਨ ਸੀ ਲੂਈ 16ਵੇਂ ਦੀ, ਉਸ ਨੂੰ ਵੀ ਇਸ ਦੇ ਰਾਹੀਂ ਜੋ ਐਗਜ਼ੀਕਿਊਟ ਕੀਤਾ ਗਿਆ ਸੀ। ਚਰਚ ਖਤਮ ਹੋਣ ਲੱਗ ਗਈ ਸੀ, ਸਾਰੀ ਚੀਜ਼ਾਂ ਬੰਦ ਹੋਣ ਲੱਗ ਗਿਆ ਸੀ, ਸਲੇਵਰੀ ਖਤਮ ਹੋਣੀ ਸਟਾਰਟ ਹੋ ਗਈ ਸੀ। ਤੇ ਇਸ ਟਾਈਮ ਇੱਕ ਨਿਊ ਕੈਲੰਡਰ ਵੀ ਆਪਾਂ ਕਹਿੰਦੇ ਹਾਂ ਪਬਲਿਸ਼ ਹੋਇਆ ਸੀ। ਤਾਂ ਆਪਾਂ ਯਾਦ ਰੱਖਣਾ ਹੈ ਨਿਊ ਕੈਲੰਡਰ ਕਦੋਂ ਪਬਲਿਸ਼ ਹੋਇਆ ਸੀ? ਜਦੋਂ ਰੇਨ ਆਫ ਟੈਰਰ ਸੀ। ਉਸ ਦੇ ਅਕੋਰਡਿੰਗ ਜੋ ਦਿਨ ਦੇ ਵਿੱਚ 10 ਘੰਟੇ ਹੋਣਗੇ, 100 ਮਿੰਟਸ ਹੋਣਗੇ ਇੱਕ ਘੰਟੇ ਦੇ ਵਿੱਚ, ਵੀਕ ਦੇ ਵਿੱਚ 10 ਡੇ ਹੋਣਗੇ। ਜਿਹੜੇ ਜੈਕੋਬੀਅਨ ਸੀ ਉਹਨਾਂ ਦੀ ਇਹ ਜਿਹੀਆਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ। ਤੇ ਜੋ ਇਹਨਾਂ ਦਾ ਲੀਡਰ ਸੀ ਰੋਬੇਸਪਾਇਰ, ਉਹਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ ਸੀ ਗਿਲੋਟਿਨ ਦੇ ਨਾਲ, ਜੋ ਕਿ ਡਿਵਾਈਸ ਨੂੰ ਆਪਾਂ ਪਹਿਲਾਂ ਡਿਸਕਸ ਕੀਤਾ ਹੈ।
ਨੈਕਸਟ ਹੈ ਜੀ ਡਾਇਰੈਕਟਰੀ ਰੂਲ 1795 ਤੋਂ 99, 2 ਨਵੰਬਰ 1795 ਤੋਂ 9 ਨਵੰਬਰ 1799 ਤੱਕ ਡਾਇਰੈਕਟਰੀ ਰੂਲ ਲਿਆ। ਤੇ 1795 ਚ ਨਵਾਂ ਸੰਵਿਧਾਨ ਸਟਾਰਟ ਹੋਇਆ, ਮਿਡਲ ਕਲਾਸ ਪਾਵਰ ਚ ਆਇਆ। ਉਸ ਟਾਈਮ ਇਹ ਕਿਹਾ ਗਿਆ ਵੀ ਜਿਸ ਕੋਲ ਪ੍ਰੋਪਰਟੀ ਹੋਏਗੀ ਉਹੀ ਵੋਟ ਕਰੇਗਾ। ਬਾਈ ਕੈਮਰਲ ਲੈਜਿਸਲੇਚਰ ਸਟਾਰਟ ਹੋ ਗਈ ਸੀ, 5 ਡਾਇਰੈਕਟਰ ਸੀ ਉਸ ਟਾਈਮ। ਨੈਪੋਲੀਅਨ ਦਾ ਰਾਜ ਸਟਾਰਟ ਹੋਇਆ ਸੀ। ਇਹਨੂੰ ਡਾਇਰੈਕਟਰੀ ਵਾਲ ਕਹਿੰਦੇ ਸੀ। ਤਾਂ ਨੈਪੋਲੀਅਨ ਹੈ ਜੋ ਇਹ ਬਹੁਤ ਇੰਪੋਰਟੈਂਟ ਪਰਸਨ ਹੈ। ਨੈਕਸਟ ਹੈ ਜੀ ਕੌਂਸੂਲੇਟ 1799 ਤੋਂ 1804 ਈਸਵੀ ਦਾ ਜੋ ਟਾਈਮ ਪੀਰੀਅਡ ਸੀ। 30 ਸਾਲ ਦੀ ਉਮਰ 'ਚ ਡਾਇਰੈਕਟਰੀ ਰੂਲ ਸੀ ਜੋ ਉਸ ਟਾਈਮ ਸਥਾਪਿਤ ਹੋਇਆ ਸੀ। ਤੇ 1804 ਦੇ ਵਿੱਚ ਜੋ ਨੈਪੋਲੀਅਨ ਸੀ ਉਹ ਰਾਜਾ ਬਣਿਆ ਸੀ। ਉਸ ਟਾਈਮ 3 ਕੌਂਸਲ ਸੀ। ਫਸਟ ਜੋ ਕਾਉਂਸਲ ਸੀ ਉਹ ਖੁਦ ਨੈਪੋਲੀਅਨ ਆਪਣੇ ਆਪ ਨੂੰ ਮੰਨਦਾ ਸੀ। ਤੇ 1804 ਦੇ ਵਿੱਚ ਨੈਪੋਲੀਅਨ ਜੋ ਸੀ ਉਹਨੇ ਆਪਣੇ ਆਪ ਨੂੰ ਐਂਪਰਰ ਆਫ ਫਰਾਂਸ ਹੈ ਜੋ ਕਿਹਾ ਸੀ। ਤੇ 1815 ਦੇ ਵਿੱਚ ਜੋ ਨੈਪੋਲੀਅਨ ਹੈ ਉਸ ਨੂੰ ਕੈਪਚਰ ਕਰ ਲਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਇਫੈਕਟ ਕੀ ਪਏ ਨੇ। ਇਹਦੇ ਨਾਲ ਜੋ ਐਬਸੋਲਿਊਟ ਮੋਨਾਰਕੀ ਸੀ ਉਹ ਖਤਮ ਹੋ ਗਈ ਸੀ, ਮਿਲਟਰੀ ਡਿਕਟੇਟਰਸ਼ਿਪ ਵੱਲ ਚਲੀ ਗਈ ਸੀ। ਚਰਚ ਰੀਸਟੋਰ ਕੀਤੀ ਗਈ ਸੀ, ਨੈਪੋਲੀਅਨ ਦੁਬਾਰਾ ਨੋਬਿਲਿਟੀ ਵਾਪਸ ਆ ਗਈ ਸੀ। ਇਸ ਤੋਂ ਬਾਅਦ ਜੀ ਲੂਈ 7 ਰਾਜਾ ਬਣਿਆ ਸੀ ਤੇ 1815 ਦੇ ਵਿੱਚ ਬੁਰਬੂ ਵੰਸ਼ ਆਇਆ ਸੀ। ਕਨਸਟੀਟਿਊਸ਼ਨਲ ਮੋਨਾਰਕੀ ਆ ਗਈ ਸੀ, ਕਿੰਗ ਦੀਆਂ ਪਾਵਰਸ ਨੂੰ ਲਿਮਿਟਡ ਕਰ ਦਿੱਤਾ ਗਿਆ ਸੀ। 21 ਸਤੰਬਰ 1792 ਨੂੰ ਮੋਨਾਰਕੀ ਖਤਮ ਹੋ ਗਈ ਸੀ ਤੇ ਫਰਾਂਸ ਇੱਕ ਰਿਪਬਲਿਕ ਬਣ ਗਿਆ ਸੀ। 1946 ਦੇ ਵਿੱਚ ਜੋ ਵੀਮਨ ਹੈ ਉਹਨੂੰ ਵੋਟ ਆਫ ਰਾਈਟ ਮਿਲਿਆ ਸੀ। ਓਲੰਪੀ ਡੀ ਗੋਇਜ਼ ਫਸਟ ਪੋਲੀਟੀਕਲ ਐਕਟਿਵ ਵੀਮਨ ਸੀ ਜਿਹਨੇ ਡੈਕਲੇਰੇਸ਼ਨ ਆਫ ਰਾਈਟਸ ਆਫ ਵੀਮਨ ਐਂਡ ਸਿਟੀਜ਼ਨ ਲਿਖਿਆ ਸੀ। 1848 ਦੇ ਵਿੱਚ ਜੋ ਸਲੇਵਰੀ ਹੈ ਖਤਮ ਹੋ ਗਈ ਸੀ। ਰਾਜਾ ਰਾਮ ਮੋਹਨ ਰਾਏ ਤੇ ਟੀਪੂ ਸੁਲਤਾਨ ਤੇ ਫ੍ਰੈਂਚ ਰੈਵੋਲੂਸ਼ਨ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਸੀ। ਤਾਂ ਆਪਾਂ ਨੂੰ ਪੁੱਛ ਸਕਦੇ ਹਨ ਕਿ ਕਿਹੜੇ 2 ਪਰਸਨਾਂ ਤੇ ਜੋ ਇੰਡੀਆ ਦੇ ਸਨ ਫ੍ਰੈਂਚ ਰੈਵੋਲੂਸ਼ਨ ਨੇ ਪ੍ਰਭਾਵਿਤ ਕੀਤਾ ਸੀ, ਰਾਜਾ ਰਾਮ ਮੋਹਨ ਰਾਏ ਤੇ ਟੀਪੂ ਸੁਲਤਾਨ। ਹੁਣ ਆਪਾਂ ਜਿਨ੍ਹਾਂ ਵਿਦਵਾਨਾਂ ਨੇ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਪ੍ਰਭਾਵ ਪਾਇਆ ਸੀ, ਜਿਨ੍ਹਾਂ ਦੇ ਵਰਕਸ ਦਾ ਬਹੁਤ ਪ੍ਰਭਾਵ ਸੀ, ਉਹਨਾਂ ਨੂੰ ਪੜ੍ਹਾਂਗੇ। ਸੋ ਫਸਟ ਹੈ ਜੀ ਮੋਂਟੈਸਕਿਊ, ਜਿਸ ਦਾ ਨਾਮ ਹੈ ਮੋਂਟੈਸਕਿਊ। 1699 ਈਸਵੀ ਵਿੱਚ ਇਸ ਦਾ ਜਨਮ ਹੋਇਆ ਸੀ ਤੇ 1755 ਇਸ ਦੀ ਡੈਥ ਹੋਈ ਸੀ। ਇਸ ਦਾ ਪੂਰਾ ਨਾਮ ਬੈਰਨ ਦਾ ਮੋਂਟੈਸਕਿਊ ਸੀ ਤੇ ਜਨਮ ਇਸ ਦਾ 1699 ਈਸਵੀ ਦੇ ਵਿੱਚ ਹੋਇਆ ਸੀ। ਕੁਲੀਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਹਨੇ ਆਪਣਾ ਕਾਫੀ ਟਾਈਮ ਜੋ ਬੋਰਡੈਕਸ ਹੈ ਦੀ ਪਾਰਲੀਮੈਂਟ ਦਾ ਨਿਯੰਤਰਣ ਵੀ ਰਿਹਾ ਸੀ। ਇਹ ਬਾਦਸ਼ਾਹ ਦੀ ਜੋ ਨਿਰੰਕੁਸ਼ ਸ਼ਕਤੀ ਹੈ ਉਹਦਾ ਵਿਰੋਧੀ ਸੀ, ਪਰ ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਸਮਰਥਕ ਸੀ, ਕਿਉਂਕਿ ਇਹਨੂੰ ਲੱਗਦਾ ਸੀ ਕਿ ਜੋ ਬਾਦਸ਼ਾਹ ਦੀ ਸ਼ਕਤੀ ਹੈ ਉਸ ਨੂੰ ਜੇ ਕੁਲੀਨਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ ਉਹ ਇਸ ਨਾਲ ਉਸ 'ਤੇ ਕੰਟਰੋਲ ਰੱਖ ਸਕਦੇ ਹਨ। ਇਸ ਤੋਂ ਬਾਅਦ 1721 ਈਸਵੀ ਵਿੱਚ ਇਸਨੇ ਆਪਣੀ ਫਸਟ ਬੁੱਕ ਪਬਲਿਸ਼ ਕੀਤੀ ਜੋ ਸੀ ਪਰਸ਼ੀਅਨ ਲੈਟਰਸ। ਇਸ ਦੇ ਵਿੱਚ ਇਹਨੇ 2 ਇਮੈਜਨਰੀ ਇਰਾਨੀ ਯਾਤਰੀ ਜੋ ਕਿ ਫਰਾਂਸੀਸੀ ਸੰਸਥਾਵਾਂ ਅਤੇ ਰੀਤੀ ਰਿਵਾਜ਼ਾਂ ਬਾਰੇ ਵਿਚਾਰ ਦੱਸੇ ਹਨ। ਜੋ ਉਹ ਇੱਕ ਲੈਟਰ ਲਿਖਦੇ ਹਨ ਕਿਸ ਨੂੰ, ਆਪਣੇ ਫਰੈਂਡ ਨੂੰ ਜੋ ਕਿ ਈਰਾਨ ਦੇ ਵਿੱਚ ਰਹਿੰਦਾ ਹੈ। ਇਸ ਵਿੱਚ ਬਾਦਸ਼ਾਹ ਦੀਆਂ ਤਾਨਾਸ਼ਾਹੀ ਸ਼ਕਤੀਆਂ, ਪੋਪ ਦੇ ਅਧਿਕਾਰ, ਲਾਲਚੀ ਪੁਰੋਹਿਤਾਂ ਦੇ ਆਚਰਣ ਆਦਿ ਦਾ ਮੁਖਾਲ ਉਸ ਲੈਟਰ ਦੇ ਵਿੱਚ ਉਠਾਉਂਦੇ। ਨੈਕਸਟ ਹੈ ਜੀ ਮੋਂਟੈਸਕਿਊ ਦੀ ਫਿਰ ਸਭ ਤੋਂ ਇੱਕ ਮਸ਼ਹੂਰ ਪੁਸਤਕ ਹੈ, ਫੇਮਸ ਬੁੱਕ ਆਪਾਂ ਕਹਿ ਸਕਦੇ ਹਾਂ, ਸਪਿਰਿਟ ਆਫ ਦ ਲੌਜ਼, ਜੋ ਕਿ ਉਸਨੇ 20 ਸਾਲਾਂ ਦੀ ਮਿਹਨਤ ਦੇ ਬਾਅਦ ਪੂਰੀ ਹੋਈ ਸੀ ਤੇ 1748 ਈਸਵੀ ਦੇ ਵਿੱਚ ਛਪੀ ਸੀ। ਇਸ ਵਿੱਚ ਉਸਨੇ ਜੋ ਨਿਰੰਕੁਸ਼ਤਾ ਹੈ ਉਹਦੀ ਨਿਰਖੋਦੀ ਕੀਤੀ ਸੀ ਤੇ ਇੱਕ ਲਿਮਿਟਡ ਮੋਨਾਰਕੀ ਦਾ ਸਮਰਥਨ ਕੀਤਾ ਸੀ। ਉਸ ਦਾ ਇਹ ਕਹਿਣਾ ਸੀ ਕਿ ਜਦੋਂ ਸਾਰਾ ਕੁਝ ਬਾਦਸ਼ਾਹ ਦੇ ਹੱਥ ਵਿੱਚ ਹੁੰਦਾ, ਜਦੋਂ ਕਾਨੂੰਨ ਆਪ ਬਣਾਉਂਦਾ, ਸਜ਼ਾ ਦਿੰਦਾ, ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਾਨੂੰਨ ਖੁਦ ਲਾਗੂ ਕਰਦਾ, ਤਾਂ ਅਜਿਹੇ ਸ਼ਾਸਨ ਦੇ ਵਿੱਚ ਲੋਕਾਂ ਉੱਤੇ ਬਹੁਤ ਅਤਿਆਚਾਰ ਹੁੰਦੇ ਆ। ਇਸ ਲਈ ਉਹਨੇ ਇਹ ਸਿਧਾਂਤ ਪੇਸ਼ ਕੀਤਾ ਸੀ ਵੀ ਜਿਹੜਾ ਵੀ ਸ਼ਾਸਨ ਉਹਨੂੰ ਅਲੱਗ-ਅਲੱਗ ਸ਼ਕਤੀਆਂ ਵਿੱਚ ਡਿਵਾਈਡ ਕੀਤਾ ਜਾਵੇ, ਜਿਵੇਂ ਅੱਜ ਆਪਣੇ ਟਾਈਮ ਵਿੱਚ ਹੈ, ਜਿਵੇਂ ਕਿ ਵਿਧਾਨ ਪਾਲਿਕਾ ਹੋਵੇ, ਕਾਰਜਪਾਲਿਕਾ ਹੋਵੇ, ਨਿਆਂਪਾਲਿਕਾ ਹੋਵੇ। ਅਤੇ ਇਹ ਜੋ ਤਿੰਨੋਂ ਅੰਗ ਹਨ, ਇਹ ਤਿੰਨੋਂ ਜੋ ਪਾਰਟਸ ਨੇ, ਇਹਨਾਂ ਅਲੱਗ-ਅਲੱਗ ਰਹਿਣਾ ਚਾਹੀਦਾ ਹੈ, ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਨਹੀਂ ਕਰਨਾ ਚਾਹੀਦਾ। ਇਸ ਦੀ ਜੋ ਇਹ ਪੁਸਤਕ ਸੀ, ਇਸ ਦੇ 22 ਐਡੀਸ਼ਨ ਜਲਦੀ ਹੀ ਛਪੇ ਸੀ, 1 ਸਾਲ ਦੇ ਵਿੱਚ ਵੀ, ਅਤੇ ਕਈ ਲੈਂਗੁਏਜ ਦੇ ਵਿੱਚ ਇਸ ਦਾ ਟਰਾਂਸਲੇਸ਼ਨ ਵੀ ਹੋਇਆ ਸੀ। ਨੈਕਸਟ ਹੈ ਵੋਲਟੇਅਰ 1694 ਤੋਂ 1778। ਫਰਾਂਸ ਦਾ ਇਹ ਦੂਜਾ ਪ੍ਰਸਿੱਧ ਵਿਚਾਰਕ ਵਿਦਵਾਨ ਤੇ ਵੋਲਟੇਅਰ ਸੀ। ਇਹ ਪੋਇਟ ਵੀ ਸੀ, ਨਾਟਕਕਾਰ ਵੀ ਸੀ, ਹਿਸਟੋਰੀਅਨ ਵੀ ਸੀ, ਫਿਲੋਸਫਰ ਵੀ ਸੀ ਤੇ ਸਟਾਇਰਿਸਟ ਵੀ ਸੀ। ਇਹਦਾ ਜੋ ਜਨਮ ਇਹਦਾ 1664 ਈਸਵੀ ਵਿੱਚ ਹੋਇਆ ਸੀ ਤੇ ਮੱਧ ਸ਼੍ਰੇਣੀ ਦੇ ਨਾਲ ਸੰਬੰਧ ਰੱਖਦਾ ਸੀ।
ਇਸ ਦਾ ਜੋ ਫਾਦਰ ਸੀ ਉਹ ਅਟੋਰਨੀ ਸੀ। ਆਰੰਭ ਦੇ ਵਿੱਚ ਵੋਲਟੇਅਰ ਜੋ ਸੀ ਉਹ ਕਵੀ ਅਤੇ ਇੱਕ ਨਾਟਕਕਾਰ ਦੇ ਰੂਪ ਵਿੱਚ ਜੋ ਹੈ ਕਾਫੀ ਮਸ਼ਹੂਰ ਸੀ। ਇਸ ਦੇ ਵਿਅੰਗਾਂ ਤੋਂ ਖਿੱਝ ਕੇ ਜੋ ਕਲੀਨ ਵਰਗ ਸੀ ਉਹਨਾਂ ਨੇ ਇਸ ਨੂੰ ਬਾਸਤੀਲ ਦੀ ਜੇਲ੍ਹ ਵਿੱਚ ਭਿਜਵਾਤਾ ਸੀ, ਪਰ 1726 ਈਸਵੀ ਵਿੱਚ ਇਸ ਨੂੰ ਇਹ ਸ਼ਰਤ 'ਤੇ ਰਿਹਾ ਕਰ ਦਿੱਤਾ ਗਿਆ ਸੀ ਵੀ ਤੂੰ ਫਰਾਂਸ ਛੱਡ ਕੇ ਚਲਾ ਜਾ। ਤਾਂ ਵਾਲਟੇਅਰ ਫਰਾਂਸ ਛੱਡ ਕੇ ਇੰਗਲੈਂਡ ਦੇ ਵਿੱਚ ਚਲਾ ਗਿਆ ਅਤੇ ਉੱਥੇ ਉਹਨਾਂ ਦਾ ਜੋ ਪ੍ਰਸ਼ਾਸਨ ਸੀ, ਜੋ ਉਹਨਾਂ ਦੀ ਸਮਾਜਿਕ ਅਵਸਥਾ ਸੀ, ਉਸਦਾ ਉਹਦੇ 'ਤੇ ਬਹੁਤ ਜ਼ਿਆਦਾ ਇਫੈਕਟ ਹੋਇਆ। ਅਤੇ 1733 ਈਸਵੀ ਵਿੱਚ ਉਸ ਨੇ ਇੰਗਲੈਂਡ ਦੇ ਵਿੱਚ ਹੀ ਲੈਟਰਸ ਔਨ ਦਾ ਇੰਗਲਿਸ਼ ਇੱਕ ਪੁਸਤਕ ਜੋ ਸੀ ਪਬਲਿਸ਼ ਕੀਤੀ। ਇਸ ਦੇ ਬਾਅਦ ਵਿੱਚ ਫਰਾਂਸ ਦੇ ਵੀ ਬਹੁਤ ਜ਼ਿਆਦਾ ਫਰਾਂਸ ਦੇ ਵਿੱਚ ਵੀ ਐਡੀਸ਼ਨ ਜੋ ਛਪੇ ਸੀ। ਇਹ ਜੋ ਪੁਸਤਕ ਹੈ ਵਰਜਿਤ ਕਰਾਰ ਦੇ ਦਿੱਤੀ ਗਈ ਸੀ ਅਤੇ ਜੋ ਵੋਲਟੇਅਰ ਆ ਫਰਾਂਸ ਵਾਪਸ ਚਲਾ ਗਿਆ ਸੀ। 15 ਵਰ੍ਹੇ ਉਹ ਲੋਰੇਨ ਦੇ ਵਿੱਚ ਰਿਹਾ ਸੀ। 1749 ਈਸਵੀ ਤੋਂ ਬਾਅਦ ਜੋ ਫਰੈਡਰਿਕ ਮਹਾਨ ਸੀ ਉਹਦੇ ਸੱਦੇ ਤੋਂ ਪਰਸ਼ੀਆ ਗਿਆ ਅਤੇ 3 ਵਰ੍ਹੇ ਬਰਲਿਨ ਦੇ ਵਿੱਚ ਰਿਹਾ। ਇਸ ਤੋਂ ਇਲਾਵਾ ਉਹਨੇ ਸਵਿਟਜ਼ਰਲੈਂਡ ਦੀ ਸਰਹੱਦ 'ਤੇ ਇੱਕ ਸਥਿਤ ਫਰਨੇ ਨਾਮੀ ਸਥਾਨ 'ਤੇ ਨਿਵਾਸ ਵੀ ਕਰ ਲਿਆ ਸੀ। ਅਤੇ ਉਸਨੇ ਜੋ ਫੇਮਸ ਬੁੱਕਸ ਹਨ ਆਪਾਂ ਉਹਨਾਂ ਦੇ ਨਾਮ ਪੜ੍ਹਦੇ ਹਨ ਜੀ। ਫਿਲੋਸਫੀਕਲ ਡਿਕਸ਼ਨਰੀ, ਐਸੇ ਔਨ ਦਾ ਮੈਨਰਸ ਐਂਡ ਸਪਿਰਿਟਸ ਆਫ ਨੇਸ਼ਨਸ, ਟ੍ਰੀਟਾਈਜ਼ ਔਨ ਟੋਲਰੈਂਸ, ਇਹ ਉਹਦੀਆਂ ਬੁੱਕਸ ਨੇ ਜੋ ਪ੍ਰਕਾਸ਼ਿਤ ਹੋਈਆਂ ਸੀ। 1778 ਦੇ ਵਿੱਚ ਪੈਰਿਸ ਵਾਪਸ ਆ ਗਿਆ ਸੀ ਅਤੇ 84 ਵਰ੍ਹਿਆਂ ਦੀ ਉਮਰ ਦੇ ਵਿੱਚ ਉਸ ਦਾ ਦੇਹਾਂਤ ਹੋ ਗਿਆ ਸੀ। ਇਸ ਨੇ ਜੋ ਫਰਾਂਸ ਦੀ ਕੈਥੋਲਿਕ ਚਰਚ ਆ ਉਹਦੇ 'ਚ ਜੋ ਪ੍ਰਚਲਿਤ ਬੁਰਾਈਆਂ ਵਾ ਉਸਦਾ ਜ਼ੋਰਦਾਰ ਖੰਡਨ ਕੀਤਾ ਸੀ ਅਤੇ ਉਹ ਚਰਚ ਨੂੰ ਇੱਕ ਇਨਫੇਮਸ ਥਿੰਗ, ਬਦਨਾਮ ਸੰਸਥਾ ਵੀ ਕਹਿੰਦਾ ਸੀ। ਵੋਲਟੇਅਰ ਦਾ ਮੰਨਣਾ ਸੀ ਵੀ ਓਨਲੀ ਆਪਾਂ ਨੂੰ ਜੋ ਵੀ ਹੈ ਕੁਦਰਤੀ ਧਰਮ 'ਤੇ ਵਿਸ਼ਵਾਸ ਕਰਨਾ ਚਾਹੀਦਾ। ਇਸ ਲਈ ਉਹ ਜੋ ਧਾਰਮਿਕ ਸਹਿਣਸ਼ੀਲਤਾ, ਜੋ ਕੱਟੜਤਾ ਦਾ ਵੀ ਘੋਰ ਵਿਰੋਧੀ ਸੀ। ਨੈਕਸਟ ਹੈ ਜੀ ਰੂਸੋ, 1712 ਤੋਂ 1778 ਈਸਵੀ। ਇਸ ਦਾ ਪੂਰਾ ਨਾਮ ਸੀ ਜੀਨ ਜੈਕਸ ਰੂਸੋ। 18ਵੀਂ ਸਦੀ ਦਾ ਸਭ ਤੋਂ ਮਹਾਨ ਵਿਦਵਾਨ ਅਤੇ ਫਿਲੋਸਫਰ ਮੰਨਿਆ ਜਾਂਦਾ ਹੈ। ਇਹਨੇ ਫਰਾਂਸੀਸੀ ਲੋਕਾਂ ਵਿੱਚ ਜੋ ਬੌਧਿਕ ਜਾਗ੍ਰਿਤੀ ਸੀ ਲਿਆਉਣ 'ਚ ਮੋਂਟੈਸਕਿਊ ਅਤੇ ਵੋਲਟੇਅਰ ਨਾਲ ਵੀ ਵੱਧ ਹਿੱਸਾ ਪਾਇਆ ਸੀ। ਅਤੇ ਇਹਦਾ ਜੋ ਜਨਮ 1712 ਈਸਵੀ ਵਿੱਚ ਜੁਨੇਵਾ, ਸਵਿਟਜ਼ਰਲੈਂਡ ਦੇ ਇੱਕ ਸਧਾਰਨ ਪਰਿਵਾਰ 'ਚ ਹੋਇਆ। ਇਹਦਾ ਪਿਤਾ ਸੀ ਉਹ ਘੜੀਸਾਂ ਸੀ ਜਿਹਨੇ ਰੂਸੋ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ। 16 ਸਾਲ ਦੀ ਉਮਰ ਦੇ ਵਿੱਚ ਇਹ ਘਰ ਛੱਡ ਕੇ ਚਲਾ ਗਿਆ ਸੀ ਅਤੇ ਅਨੇਕਾਂ ਜਗ੍ਹਾ ਤੱਕ ਘੁੰਮਣ ਤੋਂ ਬਾਅਦ ਇਹ ਪੈਰਿਸ ਪਹੁੰਚ ਗਿਆ ਸੀ। ਉਹਨੂੰ ਰੋਜੀ ਕਮਾਉਣ ਲਈ ਨੌਕਰ, ਅਧਿਆਪਕ, ਪ੍ਰਾਈਵੇਟ ਸੈਕਟਰੀ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਅਤੇ ਆਖਿਰ ਦੇ ਵਿੱਚ ਇਹ ਇੱਕ ਲੇਖਕ ਬਣਿਆ ਅਤੇ ਇਹਨੇ ਕਾਫੀ ਬੁੱਕਸ ਲਿਖੀਆਂ ਨੇ, ਜਿਵੇਂ ਓਰੀਜਨ ਆਫ ਇਨਇਕੁਐਲਿਟੀ, ਦ ਨਿਊ ਹੀਲੋਇਜ਼, ਇਮਲੀ ਜਾਂ ਐਮਲੀ, ਦ ਸੋਸ਼ਲ ਕੰਟਰੈਕਟ ਐਂਡ ਕਨਫੈਸ਼ਨਸ, ਜਿਨ੍ਹਾਂ ਵਿੱਚ ਇਹਦੀ ਜਿਹੜੀ ਆਤਮ ਕਥਾ ਹੈ ਕਨਫੈਸ਼ਨਸ ਅਤੇ ਸੋਸ਼ਲ ਕੰਟਰੈਕਟ ਇਹ ਜ਼ਿਆਦਾ ਫੇਮਸ ਨੇ। ਇਹਦੇ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਹੀ ਜਿਹੜੀ ਫਰਾਂਸੀਸੀ ਸਰਕਾਰ ਸੀ ਉਹਨੂੰ ਤੰਗ ਕਰਦੀ ਰਹਿੰਦੀ ਸੀ। ਇਹ ਕਿਹਾ ਜਾਂਦਾ ਵਾ ਵੀ ਜਿਹਦੇ ਜੀਵਨ ਦੇ ਜੋ ਆਖਰੀ ਵਰ੍ਹੇ ਸੀ ਉਸ ਦੌਰਾਨ ਇਹਨੂੰ ਪਾਗਲਪਨ ਦੇ ਦੌਰੇ ਪੈਣ ਲੱਗ ਗਏ ਸੀ ਅਤੇ 1778 ਈਸਵੀ ਵਿੱਚ ਉਸ ਦੀ ਮੌਤ ਨਾਲ ਹੀ ਉਸ ਨੂੰ ਇਹਨਾਂ ਚੀਜ਼ਾਂ ਤੋਂ ਜੋ ਸੀ ਛੁਟਕਾਰਾ ਮਿਲਿਆ ਸੀ। ਨੈਕਸਟ ਹੈ ਜੀ ਦਿਦਰੋ, 1713 ਤੋਂ 84। ਇਹਨੂੰ ਵੀ 18ਵੀਂ ਸਦੀ ਦੇ ਉੱਘੇ ਫਰਾਂਸੀਸੀ ਵਿਦਵਾਨਾਂ 'ਚੋਂ ਇੱਕ ਗਿਣਿਆ ਜਾਂਦਾ। ਇਹਨੇ ਬਹੁਤ ਸਾਰੇ ਵਿਦਵਾਨਾਂ ਤੋਂ ਰਾਜਨੀਤੀ, ਧਰਮ, ਅਰਥ ਸ਼ਾਸਤਰ, ਨੈਤਿਕਤਾ ਆਦਿ ਵਿਸ਼ਿਆਂ 'ਤੇ ਲੇਖ ਲਿਖਵਾ ਕੇ ਇਨਸਾਈਕਲੋਪੀਡੀਆ ਦਾ ਸੰਪਾਦਨ ਕੀਤਾ ਸੀ ਅਤੇ ਇਸ ਵਿੱਚ ਇਹਨੇ ਆਪਣੇ ਵੀ ਜੋ ਲੇਖ ਨੇ ਉਹ ਦਿੱਤੇ ਸੀ। ਸਰਕਾਰ ਨੇ ਇਹਦੀ ਜੋ ਗ੍ਰੰਥ ਸੀ ਇਨਸਾਈਕਲੋਪੀਡੀਆ ਨੂੰ ਰੋਕਣ ਦੇ ਯਤਨ ਕੀਤੇ ਸੀ ਅਤੇ ਇਹਨੂੰ ਕੈਦ ਵੀ ਸਜ਼ਾ ਵੀ ਦਿੱਤੀ ਗਈ ਸੀ, ਪਰੰਤੂ ਫਿਰ ਵੀ ਇਹਨੇ ਕੁਝ ਆਪਦੀਆਂ ਜੋ ਬੁੱਕਸ ਸੀ ਜੋ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂ ਵਿਸ਼ਵਕੋਸ਼ ਦੀਆਂ ਕਈ ਜਿਲਦਾਂ ਇਹਦੀਆਂ ਸੰਪੂਰਨ ਹੋ ਗਈਆਂ ਸੀ। ਥੋੜ੍ਹੇ ਥੋੜ੍ਹੇ ਪਾਠ ਕਰਕੇ ਇਹਨੇ ਜੋ ਹੈ ਛਪਵਾਉਣਾ ਖਤਮ। ਨੈਕਸਟ ਹੈ ਜੀ ਕਵੇਸਨੇ, ਗੌਰਨੇ ਅਤੇ ਤੁਰਗੋ। ਉਪਰੋਕਤ ਵਿਚਾਰਕਾਂ ਦੇ ਇਹਨਾਂ ਤੋਂ ਇਲਾਵਾ ਇਹ ਵੀ ਵਿਦਵਾਨ ਹੋਏ ਆ ਜੋ ਕਿ ਆਪਣੇ ਆਰਥਿਕ ਵਿਚਾਰਾਂ ਕਰਨ ਇਹਨਾਂ ਨੂੰ ਅਰਥ ਸ਼ਾਸਤਰੀ ਕਿਹਾ ਜਾਂਦਾ ਸੀ। ਕਵੇਸਨੇ ਜੋ ਸੀ 1694 ਤੋਂ 1744 ਸਮਰਾਟ ਲੂਈ 15ਵੇਂ ਦੇ ਦਰਬਾਰ ਵਿੱਚ ਰਾਜਵੈਦ ਸੀ। ਇਹ ਇੱਕ ਅਮੀਰ ਕਿਸਾਨ ਦਾ ਪੁੱਤਰ ਸੀ ਅਤੇ ਅਰਥ ਵਿਵਸਥਾ 'ਚ ਖੇਤੀਬਾੜੀ ਨੂੰ ਬੜੀ ਮਹੱਤਤਾ ਦਿੰਦਾ ਸੀ। ਗੌਰਨੇ ਇੱਕ ਵਪਾਰੀ ਸੀ ਜੋ ਕਵੇਸਨੇ ਦੇ ਵਿਚਾਰਾਂ ਦਾ ਸਮਰਥਨ ਕਰਦਾ ਸੀ ਅਤੇ ਤੁਰਗੋ ਵੀ ਇਹਨਾਂ ਅਰਥ ਸ਼ਾਸਤਰੀਆਂ ਦੇ ਵਿਚਾਰਾਂ ਦਾ ਹੀ ਸਮਰਥਕ ਸੀ। ਲੂਈ 16ਵੇਂ ਦੇ ਵਿੱਤ ਮੰਤਰੀ ਦੇ ਰੂਪ ਵਿੱਚ ਉਸਨੇ ਇਹਨਾਂ ਵਿਚਾਰਾਂ ਨੂੰ ਕਾਰਜ ਰੂਪ ਦੇਣ ਦਾ ਜੋ ਸੀ ਤੁਰਗੋ ਨੇ ਯਤਨ ਵੀ ਕੀਤਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਉਸ ਟਾਈਮ ਦੇ ਕੁਝ ਵਿੱਤ ਮੰਤਰੀ ਸੀ ਜੋ ਲੂਈ 16ਵੇਂ ਦੇ। ਫਸਟ ਹੈ ਤੁਰਗੋ, 1774 ਤੋਂ 76। ਲੂਈ 16ਵੇਂ ਨੇ ਜਦੋਂ 1774 ਈਸਵੀ ਵਿੱਚ ਰਾਜਗੱਦੀ ਸੰਭਾਲੀ ਸੀ ਤਾਂ ਤੁਰਗੋ ਨੂੰ ਉਸਨੇ ਆਪਣਾ ਕੰਟਰੋਲਰ ਜਨਰਲ ਆਫ ਫਾਈਨਾਂਸ ਨਿਯੁਕਤ ਕੀਤਾ ਸੀ, ਜਿਹਨੇ ਆਰਥਿਕ ਵਿਵਸਥਾ ਨੂੰ ਸੁਧਾਰਨ ਦੀ ਯੋਜਨਾ ਬਣਾਈ ਸੀ। ਇਹਨੇ 1776 ਈਸਵੀ ਦੇ ਆਰੰਭ ਵਿੱਚ ਕਿਸਾਨਾਂ ਤੋਂ ਬੇਗਾਰ ਲੈਣ ਦੀ ਪ੍ਰਥਾ ਨੂੰ ਬੰਦ ਕਰਤਾ ਸੀ ਅਤੇ ਕਈ ਸ਼ਿਲਪਕਾਰਾਂ ਦੇ ਸੰਘਾਂ ਦੇ ਏਕਾਧਿਕਾਰ ਸਮਾਪਤ ਕਰਨ ਦੇ ਸੰਬੰਧੀ ਸ਼ਾਹੀ ਹੁਕਮ ਤਿਆਰ ਕਰਵਾਏ ਸੀ। ਪਰੰਤੂ ਕੁਲੀਨਾ ਅਤੇ ਪੈਰਿਸ ਦੀ ਪਾਰਲੇਮਾ ਨੇ ਇਹਦੇ ਸ਼ਾਹੀ ਆਦੇਸ਼ਾਂ ਦਾ ਵਿਰੋਧ ਕੀਤਾ ਸੀ। ਮਹਾਰਾਣੀ
ਐਂਟੋਨੀਟ ਨੇ ਆਪਣੇ ਨਾਲ ਮਿਲਾ ਕੇ ਰਾਜਾ ਨੂੰ ਇਹ ਮਜਬੂਰ ਕਰਤਾ ਸੀ ਵੀ ਤੁਰਗੋ ਨੂੰ ਵਿੱਤ ਮੰਤਰੀ ਦੇ ਪਦ ਤੋਂ ਹਟਾ ਦਿੱਤਾ ਜਾਵੇ। ਨੈਕਸਟ ਹੈ ਜੀ ਨੇਕਰ ਵਿੱਤ ਮੰਤਰੀ 76 ਤੋਂ 81। ਤੁਰਗੋ ਤੋਂ ਬਾਅਦ ਜਨੇਵਾ ਦਾ ਇੱਕ ਪ੍ਰੋਟੈਸਟੈਂਟ ਸ਼ਾਹੂਕਾਰ ਨੇਕਰ, ਇਹਨੂੰ ਵਿੱਤ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਇਹਨੇ ਧਨ ਦੀ ਬਚਤ ਕਰਕੇ ਤੇ ਨਵੇਂ ਕਰਜ਼ੇ ਲੈ ਕੇ ਵਿੱਤ ਦੀ ਜੋ ਅਰਥ ਵਿਵਸਥਾ ਹੈ ਉਸਨੂੰ ਸੁਧਾਰਨ ਦੇ ਲਈ ਇੱਕ ਸ਼ਲਾਘਾਯੋਗ ਕੰਮ ਕੀਤੇ ਸੀ। ਜਦੋਂ 1738 ਅਸੀਂ ਅਮਰੀਕਾ ਦੀ ਆਜ਼ਾਦੀ ਦੀ ਜੰਗ ਵਿੱਚ ਫਰਾਂਸ ਦੇ ਅਮਰੀਕੀ ਵਿਰਾਸਤੀਆਂ ਦਾ ਸਾਥ ਦੇਣ ਨਾਲ ਇਹਦੀਆਂ ਸਾਰੀਆਂ ਜੋ ਯੋਜਨਾਵਾਂ ਸੀ ਉਹਨਾਂ ਉੱਤੇ ਪਾਣੀ ਫਿਰ ਗਿਆ ਸੀ। ਲੋਕ ਇਸ ਦੇ ਵਿਰੁੱਧ ਹੋ ਗਏ ਸੀ ਅਤੇ ਵਿਦੇਸ਼ੀ ਅਤੇ ਪ੍ਰੋਟੈਸਟੈਂਟ ਹੋਣ ਕਾਰਨ ਇਸ ਦੀ ਕਾਫੀ ਨਿੰਦਿਆ ਕਰਨ ਲੱਗੇ ਅਤੇ ਅੰਤ ਦੇ ਵਿੱਚ ਇਸ ਨੇ ਅਸਤੀਫਾ ਦੇ ਦਿੱਤਾ ਸੀ। ਨੈਕਸਟ ਹੈ ਜੀ ਫਲੂਰੀ ਅਤੇ ਔਰਮੇਸਨ 1781 ਤੋਂ 1783 ਈਸਵੀ ਦੌਰਾਨ। ਜੋਲੀ ਦਾ ਫਲੂਰੀ ਅਤੇ ਦਾ ਔਰਮੇਸਨ ਇਹ ਦੋ ਵਿੱਤ ਮੰਤਰੀਆਂ ਨੇ ਫਰਾਂਸ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੇ ਯਤਨ ਕੀਤੇ ਸੀ ਪਰ ਕੋਈ ਸਫਲਤਾ ਨਹੀਂ ਮਿਲੀ। ਫਿਰ ਹੈ ਜੀ ਕੈਲੋਨ 83 ਤੋਂ 87। ਇਸ ਵਿੱਚ ਲੂਈ 16ਵੇਂ ਨੇ ਕੈਲੋਨ ਨੂੰ ਵਿੱਤ ਦਾ ਕੰਟਰੋਲਰ ਜਨਰਲ ਨਿਯੁਕਤ ਕੀਤਾ। ਇਹਨੇ ਬਹੁਤ ਸਾਰਾ ਧਨ ਉਧਾਰ ਲੈ ਕੇ ਰਾਸ਼ਟਰੀ ਕਰਜ਼ੇ 'ਚ ਵਾਧਾ ਕੀਤਾ। ਜਦੋਂ ਸਰਕਾਰ ਨੂੰ ਹੋਰ ਕਰਜ਼ੇ ਮਿਲਣੇ ਬੰਦ ਹੋ ਗਏ ਤਾਂ ਇਹਨੇ ਕੁਲੀਨਾਂ ਉੱਤੇ ਸਿੱਧਾ ਭੂਮੀ ਕਰ ਲਾਉਣ ਅਤੇ ਚਰਚ ਦੇ ਸੰਮਤੀ ਅਧਿਕਾਰ ਵੇਚਣ ਦਾ ਨਿਸ਼ਚਾ ਕਰ ਲਿਆ ਸੀ। ਇਹਨੇ 22 ਫਰਵਰੀ 1787 ਨੂੰ ਆਪਣੇ ਸੁਝਾਅ ਸਭਾ ਸਾਹਮਣੇ ਰੱਖੇ ਸੀ ਅਤੇ ਜੋ ਸਭਾ ਦੇ ਮੈਂਬਰ ਸੀ ਉਹਨਾਂ ਨੇ ਕੁਲੀਨਾਂ ਉੱਤੇ ਭੂਮੀ ਕਰ ਲਾਉਣ ਅਤੇ ਚਰਚ ਦੇ ਅਧਿਕਾਰਾਂ ਨੂੰ ਵੇਚਣ ਦਾ ਕਰੜਾ ਵਿਰੋਧ ਕੀਤਾ ਸੀ। ਇਹ ਆਪਣੇ ਸੁਝਾਵਾਂ ਦੀ ਮਨਜ਼ੂਰੀ ਲੈਣ ਵਿੱਚ ਅਸਫਲ ਰਿਹਾ ਸੀ ਤਾਂ 8 ਅਪ੍ਰੈਲ 1787 ਈਸਵੀ ਨੂੰ ਇਸ ਨੂੰ ਵੀ ਪਦ ਤੋਂ ਹਟਾ ਦਿੱਤਾ ਗਿਆ। ਫਿਰ ਸੀਗੀ ਬ੍ਰਾਹਨ 87 ਤੋਂ 88। ਕੈਲੋਨ ਤੋਂ ਬਾਅਦ ਇਹ ਵਿੱਤ ਮੰਤਰੀ ਬਣਿਆ। ਇਹਨੇ ਵੀ ਕੁਝ ਕੁਲੀਨਾਂ ਦੀ ਸਭਾ ਅੱਗੇ ਭੂਮੀ ਕਰ ਅਤੇ ਸਟੈਂਪ ਟੈਕਸ ਲਾਉਣ ਦੇ ਸੁਝਾਅ ਰੱਖੇ ਸੀ ਪਰ ਸਭਾ ਦੇ ਮੈਂਬਰ ਨੇ ਕਿਹਾ ਸੀ ਵੀ ਉਹਨਾਂ ਨੂੰ ਟੈਕਸ ਪਾਸ ਕਰਨ ਦਾ ਕੋਈ ਅਧਿਕਾਰ ਨਹੀਂ। ਹੁਣ ਇਹ ਜੋ ਸੁਝਾਅ ਨੇ ਇਹਨਾਂ ਨੂੰ ਰਾਜਾ ਦੇ ਆਦੇਸ਼ਾਂ ਦੇ ਰੂਪ ਵਿੱਚ ਪੈਰਿਸ ਦੀ ਜੋ ਪਾਰਲੀਮੈਂਟ ਹੈ ਉਸ ਕੋਲ ਰਜਿਸਟਰ ਕਰਨ ਲਈ ਭੇਜਿਆ ਗਿਆ ਸੀ। 8 ਅਗਸਤ 1788 ਇਸ ਨੂੰ ਐਲਾਨ ਕੀਤਾ ਗਿਆ ਸੀ ਵੀ 1 ਮਈ 1799 ਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਕੁਝ ਦਿਨ ਪਿੱਛੋਂ ਬ੍ਰਾਇਨ ਨੂੰ ਆਪਣੇ ਪਦ ਤੋਂ ਤਿਆਗ ਪੱਤਰ ਦੇਣਾ ਪਿਆ ਸੀ ਤਾਂ ਲੂਈ 16ਵੇਂ ਨੇ ਨੇਕਰ ਨੂੰ ਦੁਬਾਰਾ ਬੁਲਾ ਕੇ ਵਿੱਤ ਮੰਤਰੀ ਜੋ ਸੀ ਆਪਣਾ ਨਿਯੁਕਤ ਕਰ ਲਿਆ ਸੀ। ਤਾਂ ਇਸ ਦੇ ਨਾਲ ਹੀ ਜੀ ਜੋ ਆਪਣੀ ਫਰਾਂਸ ਦੀ ਕ੍ਰਾਂਤੀ ਹੈ ਜੋ 1799 ਤੋਂ 1799 ਈਸਵੀ ਤੱਕ ਸੀ ਉਹ ਕੰਪਲੀਟ ਹੋ ਗਈ ਹੈ। ਹੁਣ ਆਪਾਂ ਆਪਣੇ ਵਰਲਡ ਹਿਸਟਰੀ ਦਾ ਲਾਸਟ ਟੌਪਿਕ ਰਹਿੰਦਾ ਹੈ ਜੋ ਹੈ ਸੈਕਿੰਡ ਵਰਲਡ ਵਾਰ, ਉਸ ਨੂੰ ਕੰਪਲੀਟ ਕਰਾਂਗੇ। ਇਸ ਤੋਂ ਬਾਅਦ ਜੋ ਵੀ ਇੰਪੋਰਟੈਂਟ MCQs ਬਣਦੇ ਹਨ ਆਪਾਂ ਉਹ ਸਾਰੇ ਕਵਰ ਕਰਾਂਗੇ। ਜਿੱਦਾਂ ਕਿ ਸੁਬਾਹ ਆਪਾਂ ਵੀਡੀਓ ਦੇ ਵਿੱਚ ਦੇਖਿਆ ਹੈ ਪੰਜਾਬ ਹਿਸਟਰੀ ਵੀ ਕੰਪਲੀਟ ਹੋ ਗਈ ਹੈ, ਉਹਦੇ ਆਪਾਂ 3 ਜਾਂ 4 ਵਾਰ ਰਿਵੀਜ਼ਨ ਕਰ ਲਈ ਹੈ ਅਤੇ ਵਰਲਡ ਹਿਸਟਰੀ ਦੀ ਵੀ ਇੱਦਾਂ ਰਿਵੀਜ਼ਨ ਕਰਨ ਤੋਂ ਬਾਅਦ ਆਪਣੇ ਜੋ ਹੋਰ ਟੌਪਿਕ ਰਹਿੰਦੇ ਹਨ ਜਿੱਦਾਂ ਕਿ ਐਨਸ਼ੀਅੰਟ ਮਿਡੀਵਲ ਅਤੇ ਮਾਡਰਨ ਹਿਸਟਰੀ ਨੂੰ ਆਪਾਂ ਕੰਪਲੀਟ ਕਰਾਂਗੇ। ਅਤੇ ਹਿਸਟਰੀ ਲੈਕਚਰਾਰ ਦੇ ਸਿਲੇਬਸ ਤੋਂ ਬਾਅਦ ਆਪਾਂ ਜੋ ਆਪਣਾ ਮਾਸਟਰ ਕੇਡਰ ਦਾ ਸਿਲੇਬਸ ਹੈ, ਇੰਗਲਿਸ਼ ਦਾ ਸਿਲੇਬਸ ਹੈ ਅਤੇ ਇੰਗਲਿਸ਼ ਗ੍ਰਾਮਰ ਹੈ ਉਸ ਦੇ ਵਿੱਚ ਜੋ ਵੀ ਇੰਪੋਰਟੈਂਟ ਟੌਪਿਕ ਹਨ ਉਹ ਆਪਾਂ ਸਟੈਪ ਬਾਈ ਸਟੈਪ ਕਵਰ ਕਰਾਂਗੇ। ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।